प्यारे बच्चों, ਅੱਜ ਅਸੀਂ ਡਿਸਕਸ ਕਰਾਂਗੇ +2 ਦੇ ਲੈਸਨ ਕੋਆਰਡੀਨੇਸ਼ਨ ਕੰਪਾਊਂਡਸ ਦਾ ਟੌਪਿਕ ਕ੍ਰਿਸਟਲ ਫੀਲਡ ਥਿਊਰੀ। ਇਸ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਉਹ ਹੈ ਡੀਜੈਨਰੇਟ ਆਰਬਿਟਲਸ। ਡੀਜੈਨਰੇਟ ਆਰਬਿਟਲਸ ਅਸੀਂ ਉਹਨਾਂ ਆਰਬਿਟਲਸ ਨੂੰ ਕਹਿੰਦੇ ਹਾਂ ਜਿਨ੍ਹਾਂ ਦੀ ਕਿ એનર્ਜੀ ਸੇਮ ਹੁੰਦੀ ਹੈ। ਦੇ ਆਰ ਦਾ ਆਰਬਿਟਲਸ ਹੈਵਿੰਗ ਸੇਮ એનર્ਜੀ। ਇਸ ਲੈਸਨ ਵਿੱਚ ਅਸੀਂ ਪਹਿਲਾਂ ਪੜ੍ਹਿਆ ਕਿ ਜਦੋਂ ਵੀ ਕੋਈ ਕੋਆਰਡੀਨੇਸ਼ਨ ਕੰਪਾਊਂਡ ਬਣਦਾ ਹੈ ਤਾਂ ਉਸ ਵਿੱਚ ਦੋ ਚੀਜ਼ਾਂ ਇਨਵੋਲਵਡ ਹੁੰਦੀਆਂ ਨੇ, ਇੱਕ ਮੈਟਲ ਤੇ ਇੱਕ ਲੀਗੈਂਡ। ਜਿਹੜਾ ਮੈਟਲ ਹੈ ਉਹਦੇ ਕੋਲੇ ਖਾਲੀ ਆਰਬਿਟਲਸ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਜਿਹਦੇ ਨਾਲ ਕਿ ਲੀਗੈਂਡਸ ਆਪਦੇ ਲੋਨ ਪੇਅਰ ਆਫ ਇਲੈਕਟ੍ਰॉन्स ਡੋਨੇਟ ਕਰਕੇ ਕੋਆਰਡੀਨੇਸ਼ਨ ਬੌਂਡਸ ਬਣਾ ਕੇ ਉਸ ਨਾਲ ਜੁੜ ਸਕਣ। ਜਦੋਂ ਲੀਗੈਂਡਸ ਮੈਟਲ ਆਇਨ ਦੇ ਨੇੜੇ ਆਉਂਦੇ ਆ ਕੋਆਰਡੀਨੇਸ਼ਨ ਬੌਂਡ ਬਣਾਉਣ ਦੇ ਲਈ, ਉਸ ਟਾਈਮ ਕੀ ਹੁੰਦਾ ਹੈ ਕਿ ਜਿਹੜੇ ਆਰਬਿਟਲਸ ਲੀਗੈਂਡਸ ਦੀ ਦਿਸ਼ਾ ਵਿੱਚ ਹੁੰਦੇ ਆ ਉਹਨਾਂ ਤੇ ਜ਼ਿਆਦਾ ਰਿਪਲਸ਼ਨ ਹੁੰਦੀ ਹੈ। ਜ਼ਿਆਦਾ ਰਿਪਲਸ਼ਨ ਹੋਣ ਨਾਲ ਜਿਹੜੀ એનર્ਜੀ ਹੈ ਉਹ ਵੱਧ ਜਾਂਦੀ ਹੈ। ਆਰਬਿਟਲਸ lying in the direction of ligands experience greater repulsion due to which energy is raised। ਤੇ ਜਿਹੜੇ ਆਰਬਿਟਲਸ ਲੀਗੈਂਡਸ ਦੀ ਦਿਸ਼ਾ ਵਿੱਚ ਨਹੀਂ ਹੁੰਦੇ ਉੱਥੇ ਰਿਪਲਸ਼ਨ ਘੱਟ ਹੁੰਦੀ ਹੈ। ਇਸ ਕਰਕੇ ਉਹਨਾਂ ਦੀ ਜਿਹੜੀ એનર્ਜੀ ਹੁੰਦੀ ਹੈ ਉਹ ਘੱਟ ਹੋ ਜਾਂਦੀ ਹੈ। ਆਰਬਿਟਲਸ lying away from approach of ligands experience lesser repulsion and their energy is lowered। ਇਸ ਕਰਕੇ ਕੀ ਹੁੰਦਾ ਹੈ ਕਿ ਜਿਹੜੇ ਡੀਜੈਨਰੇਟ ਆਰਬਿਟਲ ਸੀ ਜਿਨ੍ਹਾਂ ਦੀ એનર્ਜੀ ਪਹਿਲਾਂ ਸੇਮ ਸੀ, ਲੀਗੈਂਡਸ ਦੇ ਨੇੜੇ ਆਉਣ ਨਾਲ ਉਹਨਾਂ ਦੀ એનર્ਜੀ ਸੇਮ ਨਹੀਂ ਰਹਿੰਦੀ। ਉਹ ਦੋ ਸੈਟ ਆਫ ਆਰਬਿਟਲਸ ਦੇ ਵਿੱਚ ਬ੍ਰੇਕ ਹੋ ਜਾਂਦੇ ਆ। ਜਿਵੇਂ ਡੀ ਆਰਬਿਟਲਸ ਆਪਾਂ ਦੇਖੀਏ, ਡੀ ਆਰਬਿਟਲਸ 5 ਹੁੰਦੇ ਆ, dxy, dyz, dxz, dx2y2 and dz2। ਜਦੋਂ ਲੀਗੈਂਡਸ ਇਹਨਾਂ ਡੀ ਆਰਬਿਟਲਸ ਦੇ ਨੇੜੇ ਆਉਂਦੇ ਆ ਤੇ ਡੀ ਆਰਬਿਟਲਸ ਦੀ એનર્ਜੀ ਰੇਜ਼ ਹੋ ਜਾਂਦੀ ਹੈ, ਪਰ ਹਰੇਕ ਆਰਬਿਟਲ ਦੀ ਅਤੇ ਲੀਗੈਂਡਸ ਦੀ ਦਿਸ਼ਾ ਤੇ ਰਿਪਲਸ਼ਨ ਅੱਡ-ਅੱਡ ਹੋਣ ਨਾਲ, ਅਲੱਗ-ਅਲੱਗ ਹੋਣ ਨਾਲ ਜਿਹੜੇ dx2 ਤੇ dx2y2 ਐਂਡ dz2 ਆਰਬਿਟਲਸ ਹੁੰਦੇ ਆ ਉਹਨਾਂ ਦੀ એનર્ਜੀ ਵੱਧ ਜਾਂਦੀ ਹੈ ਤੇ ਜਿਹੜੇ dxy, dyz ਤੇ dxz ਆਰਬਿਟਲਸ ਹੁੰਦੇ ਆ ਉਹਨਾਂ ਦੀ એનર્ਜੀ ਘੱਟ ਹੋ ਜਾਂਦੀ ਹੈ। ਇਸ ਤਰ੍ਹਾਂ ਸੇਮ એનર્ਜੀ ਵਾਲੇ ਡੀਜਨਰੇਟ ਆਰਬਿਟਲਸ ਦਾ ਦੋ ਸੈਟ ਆਫ ਆਰਬਿਟਲਸ ਦੇ ਵਿੱਚ ਟੁੱਟਣਾ, ਜਿਸ ਵਿੱਚ ਕਿ ਕੁਝ ਆਰਬਿਟਲਸ ਦੀ એનર્ਜੀ ਜ਼ਿਆਦਾ ਹੋ ਜਾਵੇ, ਕੁਝ ਆਰਬਿਟਲਸ ਦੀ એનર્ਜੀ ਘੱਟ ਹੋ ਜਾਵੇ, ਉਸ ਨੂੰ ਅਸੀਂ ਕਹੀਦਾ ਹੈ ਕ੍ਰਿਸਟਲ ਫੀਲਡ ਸਪਲਿਟਿੰਗ। Therefore, crystal field splitting is defined as conversion of 5 degenerate d orbitals of metal ion into different set of orbitals having different set of orbitals having different energy in the presence of electric field of ligands। ਇਲੈਕਟ੍ਰਿਕ ਫੀਲਡ ਜਿਹੜੀ ਲੀਗੈਂਡਸ ਦੀ ਹੁੰਦੀ ਹੈ ਉਹਦੀ ਮੌਜੂਦਗੀ ਦੇ ਵਿੱਚ ਜਿਹੜੇ ਡੀਜੈਨਰੇਟ ਡੀ ਆਰਬਿਟਲਸ ਹੁੰਦੇ ਆ ਉਹ ਡਿਫਰੈਂਟ ਸੈਟਸ ਆਫ એનર્ਜੀ ਦੇ ਵਿੱਚ ਟੁੱਟ ਜਾਂਦੇ ਆ ਤੇ ਇਸ ਫਿਨੋਮੀਨਨ ਨੂੰ ਅਸੀਂ ਕਹੀਦਾ ਹੈ ਕ੍ਰਿਸਟਲ ਫੀਲਡ ਸਪਲਿਟਿੰਗ। ਜਿਹੜੇ ਤਿੰਨ ਡੀ ਆਰਬਿਟਲਸ dxy, dyz, dzx ਜਿਨ੍ਹਾਂ ਦੀ એનર્ਜੀ ਘੱਟ ਹੋ ਜਾਂਦੀ ਹੈ ਉਹਨਾਂ ਨੂੰ T2g ਆਰਬਿਟਲਸ ਕਿਹਾ ਜਾਂਦਾ ਹੈ ਤੇ ਜਿਨ੍ਹਾਂ ਡੀ ਆਰਬਿਟਲਸ ਦੀ એનર્ਜੀ ਜ਼ਿਆਦਾ ਹੋ ਜਾਂਦੀ ਹੈ dx2 y2
dz square ਉਹਨਾਂ ਨੂੰ ਅਸੀਂ Eg orbitals ਕਹੀਦਾ। ਜਿਹੜਾ ਇਹਨਾਂ ਦੋਨਾਂ ਜਿਹੜੇ T2g ਤੇ Eg orbitals ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ એનર્ਜੀ ਦਾ ਅੰਤਰ ਹੁੰਦਾ ਹੈ ਜਾਂ ਇਹਨਾਂ ਦੇ ਵਿੱਚ ਜਿਹੜਾ ਊਰਜਾ ਦਾ ਅੰਤਰ ਹੁੰਦਾ ਹੈ ਉਸ ਨੂੰ ਅਸੀਂ ਕਹੀਦਾ ਹੈ ਕ੍ਰਿਸਟਲ ਫੀਲਡ ਸਪਲਿਟਿੰਗ ਐਨਰਜੀ। Therefore, crystal field splitting energy is defined as the energy difference between two sets of energy levels. It is called crystal field splitting energy and it is denoted by delta naught। ਹੁਣ ਜਦੋਂ d orbitals ਇਸ ਤਰ੍ਹਾਂ T2g ਤੇ Eg orbitals ਵਿੱਚ ਟੁੱਟਦੇ ਹਨ ਤਾਂ ਜਿਹੜੀ ਉਹਨਾਂ ਦੀ ਐਵਰੇਜ એનર્ਜੀ ਹੁੰਦੀ ਹੈ ਉਹ ਸੇਮ ਰਹਿੰਦੀ ਹੈ। ਜਿਵੇਂ ਅਸੀਂ ਦੇਖੀਏ ਕਿ ਜਿਹੜੇ T2g orbitals ਹੈ ਉਹਨਾਂ ਦੀ એનર્ਜੀ ਹੈਗੀ ਹੈ 2/5 ਡੈਲਟਾ ਨਾਟ। ਇਸੇ ਤਰ੍ਹਾਂ ਜਿਹੜੇ Eg orbitals ਹੈ ਉਹਨਾਂ ਦੀ એનર્ਜੀ ਹੈ 3/5 ਡੈਲਟਾ ਨਾਟ। ਜੇ ਅਸੀਂ ਇਹਨਾਂ ਦੋਨਾਂ ਨੂੰ ਜੋੜੀਏ 3/5 + 2/5 is 1 ਤੇ ਜਿਹੜੀ એનર્ਜੀ ਹੈ ਉਹ ਡੈਲਟਾ 0 ਹੀ ਰਹਿੰਦੀ ਹੈ। ਇਸ ਕਰਕੇ ਜਿਹੜੇ T2g ਤੇ Eg orbitals ਬੇਸ਼ੱਕ ਉਹ ਦੋ ਪਾਰਟਸ ਵਿੱਚ ਬ੍ਰੇਕ ਹੋ ਚੁੱਕੇ ਆ ਪਰ ਜਿਹੜੀ ਉਹਨਾਂ ਦੀ ਐਵਰੇਜ એનર્ਜੀ ਹੈ ਉਹ ਸੇਮ ਹੀ ਰਹੇਗੀ। ਇਹ ਜਿਹੜਾ ਰੂਲ ਹੁੰਦਾ ਹੈ ਇਸ ਨੂੰ ਅਸੀਂ ਕਹੀਦਾ ਹੈ ਬਾਰੀ ਸੈਂਟਰ ਰੂਲ। ਬਾਰੀ ਸੈਂਟਰ ਰੂਲ ਸਾਨੂੰ ਇਹ ਦੱਸਦਾ ਹੈ ਕਿ ਕ੍ਰਿਸਟਲ ਫੀਲਡ ਸਪਲਿਟਿੰਗ ਹੋਣ ਤੋਂ ਬਾਅਦ ਵੀ ਜਿਹੜੇ d orbitals ਹੁੰਦੇ ਆ ਉਹਨਾਂ ਦੀ ਐਵਰੇਜ એનર્ਜੀ ਸੇਮ ਰਹਿੰਦੀ ਹੈ। Crystal field splitting occurs in such a way that average energy of d orbitals does not change। ਜਿਹੜੇ ligands crystal field splitting ਕਰਾਉਂਦੇ ਆ ਅਸੀਂ ਉਹਨਾਂ ਦੀਆਂ ਕਿਸਮਾਂ ਬਾਰੇ ਪੜਾਂਗੇ। ਜਿਹੜੇ ligands crystal field splitting ਕਰਾਉਂਦੇ ਆ ਉਹ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ weak field ligands। weak field ligands ਉਹ ਹੁੰਦੇ ਆ ਜਿਨ੍ਹਾਂ ਦੀ ਕਿ ਇਲੈਕਟ੍ਰਿਕ ਫੀਲਡ ਘੱਟ ਹੁੰਦੀ ਹੈ ਇਸ ਕਰਕੇ ਉਹ d orbitals ਨੂੰ ਜਦੋਂ ਦੋ ਸੈਟਸ ਵਿੱਚ ਤੋੜਦੇ ਆ ਤਾਂ ਜ਼ਿਆਦਾ ਹੱਦ ਤੱਕ ਨਹੀਂ ਤੋੜ ਪਾਉਂਦੇ ਇਸ ਕਰਕੇ ਉਹ ਕ੍ਰਿਸਟਲ ਫੀਲਡ ਸਪਲਿਟਿੰਗ ਘੱਟ ਕਰਵਾ ਪਾਉਂਦੇ ਆ। Therefore, weak field ligands are the ligands which cause small degree of crystal field splitting। ਇਸੇ ਤਰ੍ਹਾਂ ਜਿਹੜੇ ਦੂਸਰੀ ਤਰ੍ਹਾਂ ਦੇ ligands ਹੁੰਦੇ ਆ ਉਹ ਹੁੰਦੇ ਆ strong field ligands। strong field ligands ਉਹ ਹੁੰਦੇ ਆ ਜਿਨ੍ਹਾਂ ਦੀ ਇਲੈਕਟ੍ਰਿਕ ਫੀਲਡ ਜ਼ਿਆਦਾ ਹੋਣ ਕਾਰਨ ਉਹ ਜ਼ਿਆਦਾ crystal field splitting ਕਰਵਾ ਪਾਉਂਦੇ ਆ। strong field ligands are the ligands which cause large degree of crystal field splitting। crystal field splitting energy ਦੇ ਬੇਸ ਤੇ ਹੀ ਜਿਹੜੇ ਡਿਫਰੈਂਟ ligands ਹੁੰਦੇ ਆ ਉਹਨਾਂ ਨੂੰ ਅਸੀਂ ਇੱਕ ਅਰੇਂਜਮੈਂਟ ਵਿੱਚ ਅਰੇਂਜ ਕਰ ਦਈਏ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਉਹ ਆਵੇ ਜਿਹਦੀ crystal field splitting ਘੱਟ ਕਰਵਾ ਪਾਉਂਦਾ ਹੈ ਫਿਰ ਉਸ ਤੋਂ ਬਾਅਦ ਉਹ ਜਿਹੜਾ ਉਸ ਤੋਂ ਜ਼ਿਆਦਾ ਕਰਾ ਪਾਉਂਦਾ ਹੈ ਫਿਰ ਜਿਹੜਾ ਉਸ ਤੋਂ ਜ਼ਿਆਦਾ ਕਰਾ ਪਾਉਂਦਾ ਹੈ ਤੇ crystal field splitting ਦੇ ਇਸ ਤਰ੍ਹਾਂ ਇਨਕਰੀਜ਼ਿੰਗ ਆਰਡਰ ਦੇ ਵਿੱਚ ਅਰੇਂਜ ਕਰਕੇ ਜਿਹੜੀ ਸੀਰੀਜ਼ ਸਾਨੂੰ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ ਕਹੀਦਾ ਹੈ stereochemical series। Therefore, stereochemical series is an arrangement of ligands according to increasing order of crystal field splitting। different ligands ਦੀ ਜੇ ਆਪਾਂ arrangement ਦੇਖੀਏ ਉਹ ਹੁੰਦੀ ਆ I negative, Br negative, SCN negative, Cl negative ਜਿਸ ਤਰ੍ਹਾਂ ਦਿਖਾਈ ਗਈ ਹੈ। ਇੱਥੇ ਜੇ ਅਸੀਂ ਦੇਖੀਏ I negative ਤੋਂ ਲੈ ਕੇ ਤੇ ਜਿਹੜੇ H2O ਤੱਕ ਦੇ ligands ਨੇ ਇਹ weak field ligands ਹੈ। ਇਹ crystal field splitting ਘੱਟ ਕਰਵਾ ਪਾਉਂਦੇ ਹਨ। ਇਸੇ ਤਰ੍ਹਾਂ NCS negative ਤੋਂ ਲੈ ਕੇ CO ਤੱਕ ਜਿਹੜੇ ligands ਨੇ ਉਹਨਾਂ ਨੂੰ ਅਸੀਂ strong field ligands ਕਹੀਦੇ ਹਾਂ। weak field ligands crystal field splitting ਘੱਟ ਕਰਵਾ ਪਾਉਂਦੇ ਹਨ। strong field ligands crystal field splitting ਜ਼ਿਆਦਾ ਕਰਵਾ ਪਾਉਂਦੇ ਹਨ। ਹੁਣ ਅਸੀਂ ਇਹ ਦੇਖਾਂਗੇ ਕਿ ਜਿਹੜੀ ਇਹ crystal field splitting ਹੈ ਇਹਦਾ ਕੰਪਲੈਕਸਿਸ ਦੀਆਂ ਪ੍ਰੋਪਰਟੀਜ਼ ਤੇ ਕੀ ਪ੍ਰਭਾਵ ਪੈਂਦਾ ਹੈ।
ਸਾਡੇ ਕੋਲ दो तरह के ਕੰਪਲੈਕਸਿਸ ਹੁੰਦੇ ਆ। एक ਹੁੰਦੇ ਆ लो स्पिन ਕੰਪਲੈਕਸਿਸ, दूसरे ਹੁੰਦੇ ਆ हाई स्पिन ਕੰਪਲੈਕਸਿਸ। जिस तरह ਅਸੀਂ हाई स्पिन ਕੰਪਲੈਕਸਿਸ ਤੇ गौर करिए, ਜਿਹੜੀ એનર્ਜੀ ਹੈ ਉਹ दो तरह ਦੀ ਹੁੰਦੀ ਹੈ। ਜਦੋਂ डी ऑर्बिटल्स ਦੇ ਵਿੱਚ ਅਸੀਂ ਇਲੈਕਟ੍ਰॉन्स ਭਰੀਦੇ ਆ ਤੇ ਉਹ 5 डी ऑर्बिटल्स ਹੁੰਦੇ ਆ। ਜਦੋਂ 3 ਇਲੈਕਟ੍ਰॉन्स ਹੁਣਸ ਰੂਲ ਦੇ ਅਕੋਰਡਿੰਗ ਅਸੀਂ T2G ऑर्बिटल्स ਦੇ ਵਿੱਚ ਭਰ ਦਿੰਦੇ ਆ ਤੇ 4th ਇਲੈਕਟ੍ਰॉन ਜਦੋਂ ਅਸੀਂ ਭਰਨ ਲੱਗਦੇ ਆ ਤਾਂ ਉਦੋਂ ਇੱਥੇ ਪੇਅਰਿੰਗ ਹੋਊਗੀ ਜਾਂ ਜਿਹੜਾ ਉਹ ਇਲੈਕਟ੍ਰॉन ਹੈ ਉਹ ਹਾਇਰ ਸੈਟ ਆਫ ऑर्बिटल्स EG ਦੇ ਵਿੱਚ ਚਲਾ ਜਾਊਗਾ। ਉਹ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਜਿਹੜੀ ਕ੍ਰਿਸਟਲ ਫੀਲਡ ਸਪਲਿਟਿੰਗ એનર્ਜੀ ਹੈ ਉਹ ਪੇਅਰਿੰਗ ਲਈ ਰਿਕੁਆਇਰਡ એનર્ਜੀ ਨਾਲੋਂ ਜ਼ਿਆਦਾ ਹੈ ਕਿ ਘੱਟ। ਜੇ ਕ੍ਰਿਸਟਲ ਫੀਲਡਿੰਗ એનર્ਜੀ ਪੇਅਰਿੰਗ ਲਈ ਜਿਹੜੀ એનર્ਜੀ ਚਾਹੀਦੀ ਹੈ ਉਸ ਤੋਂ ਘੱਟ ਹੈ ਤਾਂ ਫਿਰ ਜਿਹੜੇ ਇਲੈਕਟ੍ਰॉन्स ਹੈ ਉਹ T2G ऑर्बिटल्स ਦੇ ਵਿੱਚ ਪੇਅਰ ਕਰਨ ਦੀ ਬਜਾਏ EG ऑर्बिटल्स ਦੇ ਵਿੱਚ ਚਲੇ ਜਾਣਗੇ। ਐਜ਼ ਅ ਰਿਜ਼ਲਟ ਕੀ ਹੋਊਗਾ कि अनपेयर्ड इलैक्ट्रॉन्स की जिहड़ी गिनती है वो ज़्यादा हो जाएगी तो इहो जिहे ਕੰਪਲੈਕਸਿਸ ਨੂੰ ਅਸੀਂ ਕਹੀਦਾ है हाई स्पिन ਕੰਪਲੈਕਸਿਸ। हाई स्पिन ਕੰਪਲੈਕਸਿਸ ਦੇ ਵਿੱਚ अनपेयर्ड इलैक्ट्रॉन्स की गिनती ज़्यादा होंदी। इफ डेल्टा नॉट is less than P, complex has maximum number of unpaired electrons because electrons get shifted from T to G to EG orbitals instead of pairing। दूसरी तरह के जोड़े कॉम्पलैक्स होंगे है वो होंगे लो स्पिन कॉम्पलैक्स। ये उदों बनते हैं जदों कि डेल्टा जीरो की जिहड़ी वैल्यू होंगी है वो P दे नालों बहुत ज़्यादा होंगी है। इस करके जे इलैक्ट्रॉन्स नूं असी T2G तो EG विच शिफ्ट करिए तो सानू ज़्यादा एनर्जी की लोड़ होंगी है। जो उत्थे पेयर कर लैन फिर सानू घट एनर्जी की लोड़ होंदी है। इस करके जिहड़े इलैक्ट्रॉन्स है वो EG ऑर्बिटल विच शिफ्ट होने की बजाय जिहड़ा T2G ऑर्बिटल्स है उहदे विच ही पेयर कर लैंदे आ। इहदा प्रभाव की पऊगा कि जिहड़े कंपलैक्स होणगे उन्हां कोले अनपेयर्ड इलैक्ट्रॉन्स घट होणगे। इस करके जिहड़े इहो जिहे कंपलैक्सिस होंदे आ फॉर विच डेल्टा जीरो इज ग्रेटर दैन P ते अनपेयर्ड इलैक्ट्रॉन्स मिनिमम हो, कंपलैक्स हैज़ मिनिमम नंबर ऑफ अनपेयर्ड इलैक्ट्रॉन्स, उन्होंने असी कहीदा है लो स्पिन कंपलैक्सिस। आओ यही गल असी एक उदाहरण नाल समझिए। साडे कोल दो कंपलैक्सिस ने, एक है FeH2O6 ऊपर 3 पॉजिटिव चार्ज, दूसरा है FeCN6 ऊपर 3 नेगेटिव चार्ज। जिहड़ा H2O लीगेंड है एक वीक फील्ड लीगेंड है। इस करके एक क्रिस्टल फील्ड स्प्लिटिंग करवाऊगा तो घट करवा पाऊगा जिहदे नाल कि डेल्टा जीरो की जिहड़ी वैल्यू है वो बहुत घट होगी। इस करके इलैक्ट्रॉन्स T2G ऑर्बिटल्स दे विच पेयर करन दी बजाय EG ऑर्बिटल्स दे विच चले जांदी है। उस नाल उन्हां दे अनपेयर्ड इलैक्ट्रॉन्स की जिहड़ी गिनती है वो वध जाएगी तो कंपलैक्स जिहड़ा हैगा वो हाई स्पिन कंपलैक्स बन जाएगा। जिवें इत्थे असीं दिखाया FeH2O6 3 पॉजिटिव दे विच T2G ऑर्बिटल्स दे विच 3 अनपेयर्ड इलैक्ट्रॉन्स है, EG ऑर्बिटल दे विच 2 अनपेयर्ड इलैक्ट्रॉन्स है। सो टोटल अनपेयर्ड इलैक्ट्रॉन 5। अनपेयर्ड इलैक्ट्रॉन्स की गिनती ज़्यादा होने कारण एक हाई स्पिन कॉम्पलैक्स है। इसे ही तरह जे असी देखिए FeCN6 3 नैगेटिव उहदे विच जिहड़ा लीगेंड है CN नैगेटिव वो एक स्ट्रोंग फील्ड लीगेंड है। स्ट्रोंग फील्ड लीगेंड होने दे नाल क्रिस्टल फील्ड स्प्लिटिंग ज़्यादा हो जाएगी। इस करके इलैक्ट्रॉन नूं T2G तो EG ऑर्बिटल विच शिफ्ट होने लई जिहड़ी एनर्जी चाहिदी है वो ज़्यादा होगी, पेयर करने लई एनर्जी घट चाहिए है। इस करके जिहड़े इलैक्ट्रॉन्स है वो थल्ले पेयर कर लेंदे आ। इस नाल प्रभाव ये पैंदा है कि अनपेयर्ड इलैक्ट्रॉन्स की गिनती घट जाती है। जे अनपेयर्ड इलैक्ट्रॉन्स की गिनती घट जाए तो फिर जिहड़ा वो कंपलैक्स है
ਉਹ ਲੋ ਸਪਿਨ ਕੰਪਲੈਕਸ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਦੇਖਿਆ ਕਿ ਇੱਥੇ FeCN6 3 ਨੈਗੇਟਿਵ ਦੇ ਵਿੱਚ ਸਿਰਫ ਇੱਕ ਹੀ ਅਨਪੇਅਰਡ ਇਲੈਕਟ੍ਰੋਨ ਹੈ, ਇਸ ਕਰਕੇ ਇਹ ਇੱਕ ਲੋ ਸਪਿਨ ਕੰਪਲੈਕਸ ਹੈ। ਇਸੇ ਹੀ ਤਰ੍ਹਾਂ ਦੂਸਰੀ ਉਦਾਹਰਨ ਨਾਲ ਅਸੀਂ ਇਹ ਗੱਲ ਸਮਝੀਏ, ਜੇ ਆਪਣੇ ਕੋਲੇ FeH2O6 2 ਪੋਜ਼ਿਟਿਵ ਇੱਕ ਕੰਪਲੈਕਸ ਹੈ, FeCN6 4 ਨੈਗੇਟਿਵ ਦੂਸਰਾ ਕੰਪਲੈਕਸ ਹੈ, ਤਾਂ ਜਿਵੇਂ ਹੁਣੇ ਅਸੀਂ ਪਿੱਛੇ ਪੜ੍ਹਿਆ FeH2O6 ਦੇ ਵਿੱਚ ਜਿਹੜਾ ਵਾਟਰ ਹੈ ਉਹ ਵੀਕ ਫੀਲਡ ਲਿਗੈਂਡ ਹੋਣ ਕਰਕੇ ਇਹ ਹਾਈ ਸਪਿਨ ਕੰਪਲੈਕਸ ਬਣਦਾ ਹੈ। ਇਸੇ ਹੀ ਤਰ੍ਹਾਂ ਜਿਹੜਾ FeCN6 4 ਨੈਗੇਟਿਵ ਹੈ, ਇਹਦੇ ਵਿੱਚ Cn ਨੈਗੇਟਿਵ ਇੱਕ ਸਟਰੋਂਗ ਫੀਲਡ ਲਿਗੈਂਡ ਹੈ, ਇਸ ਲਈ ਸਾਰੇ ਇਲੈਕਟ੍ਰੋਨਸ T2g ऑर्बिटल ਦੇ ਵਿੱਚ ਹੀ ਪੇਅਰ ਅਪ ਕਰ ਲੈਣਗੇ, ਜਿਸ ਨਾਲ ਕਿ ਇਹਦੇ ਕੋਲੇ ਅਨਪੇਅਰਡ ਇਲੈਕਟ੍ਰੋਨਸ ਨਹੀਂ ਹੋਣਗੇ। ਪਿੱਛੇ ਆਪਾਂ ਪੜ੍ਹਿਆ ਸੀਗਾ ਕਿ ਜਿਹੜੀਆਂ ਮੈਗਨੈਟਿਕ ਪ੍ਰੋਪਰਟੀਜ਼ ਹੁੰਦੀਆਂ ਕਿਸੇ ਵੀ ਸਬਸਟੈਂਸ ਦੀਆਂ, ਉਹ ਡਿਪੈਂਡ ਕਰਦੀਆਂ ਕਿ ਉਹਦੇ ਕੋਲੇ ਅਨਪੇਅਰਡ ਇਲੈਕਟ੍ਰੋਨ ਕਿੰਨੇ ਆ ਤੇ ਪੇਅਰਡ ਇਲੈਕਟ੍ਰੋਨ ਕਿੰਨੇ ਆ। ਜਿਹੜੇ ਸਬਸਟੈਂਸਿਸ ਕੋਲੇ ਸਾਰੇ ਇਲੈਕਟ੍ਰੋਨਸ ਪੇਅਰਡ ਹੁੰਦੇ ਆ, ਦੇ ਆਰ ਡਾਇਮੈਗਨੈਟਿਕ ਇਨ ਨੇਚਰ, ਤੇ ਜਿਹੜੇ ਸਬਸਟੈਂਸਿਸ ਕੋਲੇ ਅਨਪੇਅਰਡ ਇਲੈਕਟ੍ਰੋਨਸ ਹੁੰਦੇ ਆ, ਦੇ ਆਰ ਪੈਰਾਮੈਗਨੈਟਿਕ ਇਨ ਨੇਚਰ। ਸੋ ਜੇ ਆਪਾਂ ਇੱਥੇ ਦੇਖੀਏ FeH2O6 2 ਪੋਜ਼ਿਟਿਵ ਕੋਲੇ ਤਾਂ ਅਨਪੇਅਰਡ ਇਲੈਕਟ੍ਰੋਨ ਹੈਗੇ ਆ, FeCN6 4 ਨੈਗੇਟਿਵ ਕੋਲੇ ਅਨਪੇਅਰਡ ਇਲੈਕਟ੍ਰੋਨ ਨਹੀਂ ਹੈਗੇ। ਦੇਅਰਫੋਰ ਜਿਹੜਾ FeCN6 4 ਨੈਗੇਟਿਵ ਹੈ ਇਹ ਇੱਕ ਡਾਇਮੈਗਨੈਟਿਕ ਕੰਪਲੈਕਸ ਹੋਵੇਗਾ। ਇਸੇ ਹੀ ਤਰ੍ਹਾਂ ਜਿਹੜਾ FeH2O6 2 ਪੋਜ਼ਿਟਿਵ ਹੈ ਇਹ ਇੱਕ ਪੈਰਾਮੈਗਨੈਟਿਕ ਕੰਪਲੈਕਸ ਹੋਵੇਗਾ। ਹੁਣ ਆਪਾਂ ਗੌਰ ਕਰਾਂਗੇ ਕਿ ਜਿਹੜੀ ਇਹ ਕ੍ਰਿਸਟਲ ਫੀਲਡ ਸਪਲਿਟਿੰਗ એનર્ਜੀ ਹੈ ਇਹ ਕਿਹੜੀਆਂ-ਕਿਹੜੀਆਂ ਗੱਲਾਂ ਤੇ ਡਿਪੈਂਡ ਕਰਦੀ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਇਸ ਨੂੰ ਪ੍ਰਭਾਵਿਤ ਕਰਦੀ ਹੈ ਉਹ ਹੈ ਨੇਚਰ ਆਫ ਲੀਗੈਂਡ। ਜੇ ਉਹ ਇੱਕ ਸਟਰੋਂਗ ਫੀਲਡ ਲੀਗੈਂਡ ਹੈ ਫਿਰ ਕ੍ਰਿਸਟਲ ਫੀਲਡ ਸਪਲਿਟਿੰਗ ਜ਼ਿਆਦਾ ਹੋਵੇਗੀ, ਜੋ ਇੱਕ ਵੀਕ ਫੀਲਡ ਲੀਗੈਂਡ ਹੈ ਫਿਰ ਕ੍ਰਿਸਟਲ ਫੀਲਡ ਸਪਲਿਟਿੰਗ ਘੱਟ ਹੋਵੇਗੀ। ਦੂਜਾ ਇਹ ਡਿਪੈਂਡ ਕਰਦਾ ਹੈ ਆਕਸੀਡੇਸ਼ਨ ਸਟੇਟ ਆਫ ਮੈਟਲ ਆਇਨ। ਜਿੰਨੀ ਮੈਟਲ ਦੀ ਆਕਸੀਡੇਸ਼ਨ ਸਟੇਟ ਜ਼ਿਆਦਾ ਹੋਊਗੀ ਉਨਾ ਹੀ ਕ੍ਰਿਸਟਲ ਫੀਲਡ ਸਪਲਿਟਿੰਗ ਜ਼ਿਆਦਾ ਹੋਊਗੀ, ਜਿੰਨੀ ਘੱਟ ਹੋਊਗੀ ਉਨੀ ਕ੍ਰਿਸਟਲ ਫੀਲਡ ਸਪਲਿਟਿੰਗ ਘੱਟ ਹੋਊਗੀ। ਇਸੇ ਹੀ ਤਰ੍ਹਾਂ ਨੇਚਰ ਆਫ ਦਾ ਮੈਟਲ ਆਇਨ, ਜਿਹੜਾ ਮੈਟਲ ਆਇਨ ਹੈ ਉਹ ਪੀਰੀਓਡਿਕ ਟੇਬਲ ਦੇ ਕਿਹੜੇ ਹਿੱਸੇ ਨੂੰ ਬਿਲੋਂਗ ਕਰਦਾ ਹੈ ਉਸ ਤੇ ਵੀ ਕ੍ਰਿਸਟਲ ਫੀਲਡ ਸਪਲਿਟਿੰਗ ਹੈ ਜਿਹੜੀ ਆਧਾਰਿਤ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਜਿਹੜੇ 3D ਤੇ 4D ऑर्बिटल्स वाले ट्रांजिशन मैटल्स ਹੁੰਦੇ ਆ ਉਹਨਾਂ ਵਿੱਚ ਇਹਦੀ ਵੈਲਿਊ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਕ੍ਰਿਸਟਲ ਫੀਲਡ ਸਪਲਿਟਿੰਗ ਦਾ ਅਸਰ ਜਿਹੜੇ ਕੰਪਲੈਕਸਿਸ ਦੇ ਰੰਗ ਹੁੰਦੇ ਆ ਕਿ ਉਹਨਾਂ ਦਾ ਜਿਹੜਾ ਕਲਰਡ ਕੰਪਾਊਂਡਸ ਹੁੰਦੇ ਆ ਉਹਨਾਂ ਤੇ ਵੀ ਆਧਾਰਿਤ ਹੁੰਦੀ ਹੈ। ਜਿਵੇਂ ਕਿ ਸਾਡੇ ਕੋਲੇ ਕੰਪਲੈਕਸ ਹੈ TiH2O6 ਉੱਪਰ 3 ਪੋਜ਼ਿਟਿਵ। ਇਸ ਵਿੱਚ ਕੀ ਹੁੰਦਾ ਹੈ ਕਿ ਜਦੋਂ ਸਫੇਦ ਪ੍ਰਕਾਸ਼ ਇਸ ਕੰਪਲੈਕਸ ਤੇ ਪੈਂਦਾ ਹੈ ਤਾਂ ਜਿਹੜਾ ਇਲੈਕਟ੍ਰੋਨ ਹੁੰਦਾ ਹੈ ਉਹ એનર્ਜੀ ਐਬਜ਼ੌਰਬ ਕਰਕੇ T2g ऑर्बिटल ਤੋਂ EG ऑर्बिटल ਦੇ ਵਿੱਚ ਚਲਾ ਜਾਂਦਾ ਹੈ। ਜੇ ਤੁਹਾਨੂੰ ਯਾਦ ਹੋਵੇ ਬੇਟਾ, ਜਦੋਂ ਇਲੈਕਟ੍ਰੋਨ ਇੱਕ d ऑर्बिटल ਤੋਂ ਦੂਸਰੇ d ऑर्बिटल ਵਿੱਚ ਜਾਂਦਾ ਹੈ ਤਾਂ ਜਿਹੜਾ ਪ੍ਰਭਾਵ ਹੁੰਦਾ ਹੈ ਇਸ ਨੂੰ ਅਸੀਂ ਕਹੀਦਾ dd ਟ੍ਰਾਂਜੀਸ਼ਨ। ਜਦੋਂ ਇਹ dd ਟ੍ਰਾਂਜੀਸ਼ਨ ਹੁੰਦੀ ਹੈ ਤਾਂ ਸਫੇਦ ਪ੍ਰਕਾਸ਼ ਦੇ ਵਿੱਚੋਂ ਕੁਛ ਇੱਕ ਵੇਵਲੈਂਥਸ ਜਿਹੜੀਆਂ ਹੁੰਦੀਆਂ ਉਹ ਐਬਜ਼ੌਰਬ ਹੋ ਜਾਂਦੀਆਂ, ਜਿਹੜੀਆਂ ਦੂਜੀਆਂ ਉਹ ਟ੍ਰਾਂਸਮਿਟ ਹੋ ਜਾਂਦੀਆਂ। ਜਿਵੇਂ ਹੁਣ ਇਸ ਕੰਪਲੈਕਸ ਦੇ ਕੇਸ ਦੇ ਵਿੱਚ ਜਿਹੜੀ ਗ੍ਰੀਨ ਤੇ ਯੈਲੋ ਰੰਗ ਦੀ ਲਾਈਟ ਹੁੰਦੀ ਹੈ ਉਹ ਐਬਜ਼ੌਰਬ ਹੋ ਜਾਂਦੀ ਹੈ ਤੇ ਜਿਹੜੀ ਬਲੂ ਤੇ ਰੈੱਡ ਰੰਗ ਦੀ ਲਾਈਟ ਹੁੰਦੀ ਹੈ ਉਹ ਐਮਿਟ ਹੋ ਜਾਂਦੀ ਹੈ, ਜਿਹਦੇ ਕਰਕੇ ਕਿ ਜਿਹੜਾ ਇਹ ਕੰਪਲੈਕਸ ਹੈ TiH2O6 3 ਪੋਜ਼ਿਟਿਵ ਉਸ ਦਾ ਰੰਗ ਪਰਪਲ ਹੁੰਦਾ ਹੈ। ਸੋ ਪਿਆਰੇ ਬੱਚਿਓ, ਕ੍ਰਿਸਟਲ ਫੀਲਡ ਸਪਲਿਟਿੰਗ ਬਾਰੇ ਇੰਨੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਆਓ ਅਸੀਂ ਆਪਦੇ ਗਿਆਨ ਦੀ ਪਰਖ ਕਰੀਏ ਕੁਝ ਮਲਟੀਪਲ ਚੋਇਸ ਕੁਐਸਚਨਸ ਕਰਕੇ। ਜਿਵੇਂ ਇੱਥੇ ਆਪਣੇ ਕੋਲੋਂ ਪੁੱਛਿਆ ਗਿਆ ਹੈ ਕਿ COC2O4 ਥਰਾਈਸ 3 ਨੈਗੇਟਿਵ ਇੱਕ ਡਾਇਮੈਗਨੈਟਿਕ ਕੰਪਲੈਕਸ ਕਿਉਂ ਹੁੰਦਾ ਹੈ। ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ, ਡਾਇਮੈਗਨੈਟਿਕ ਕੰਪਲੈਕਸ ਉਹ ਹੁੰਦਾ ਹੈ
जिस कोले कि सारे इलैक्ट्रॉन्स पेयर्ड होंदे आ। इसका मतलब ये होया कि जिहड़ा पेयरिंग वाली एनर्जी है वो घट होगी तो जिहड़ी डेल्टा जीरो वाली एनर्जी है वो ज़्यादा होगी। इस करके इसका उत्तर है C2O4 नैगेटिव इज़ ए स्ट्रॉन्ग फील्ड लीगेंड, जिहदे करके कि क्रिस्टल फील्ड स्प्लिटिंग ज़्यादा हुंदी है तो उहदे विच इलैक्ट्रॉन्स पेयर हो जाते हैं। पेयर होने दे नाल जिहड़ा उहदा मैगनैटिक नेचर है वो डायमैगनैटिक बन जाता है। आओ हुण आपां अगला प्रश्न करिए। The increasing order of crystal field splitting strength of the given ligands is, ਆਪਾਂ ਹੁਣੇ ਕੀਤੀ ਸਟੀਰੀਓਕੈਮੀਕਲ ਸੀਰੀਜ਼ ਔਰ ਸਪੈਕਟ੍ਰੋਕੈਮੀਕਲ ਸੀਰੀਜ਼, ਉਸ ਦੇ ਵਿੱਚ ਆਪਾਂ ਲੀਗੈਂਡਸ ਨੂੰ ਕ੍ਰਿਸਟਲ ਫੀਲਡ ਸਪਲਿਟਿੰਗ ਸਟਰੈਂਥ ਦੇ ਅਨੁਸਾਰ ਹੀ ਅਰੇਂਜ ਕੀਤਾ ਹੋਇਆ ਸੀ। ਜਦੋਂ ਤੁਸੀਂ ਉਹ ਵਾਲੀ ਸੀਰੀਜ਼ ਤੁਹਾਨੂੰ ਯਾਦ ਹੋਊਗੀ ਤੇ ਆਪਾਂ ਪਾਵਾਂਗੇ ਕਿ ਇਸ ਦਾ ਆਨਸਰ ਹੈ ਥਰਡ, Cl ਨੈਗੇਟਿਵ ਲੈਸ ਦੈਨ F ਨੈਗੇਟਿਵ less than H2O less than NH3 less than Cn negative less than CO। आओ हुण आपां अगला प्रश्न करिए। The magnitude of CFSE can be related to configuration of d orbitals in a coordination entity S, कि क्रिस्टल फील्ड स्प्लिटिंग एनर्जी के अनुसार जिहड़ा कोऑर्डिनेशन कंपाउंड हुंदा है उस दी इलैक्ट्रॉनिक कॉन्फिगरेशन ते की प्रभाव पैंदा है। असीं देखांगे कि जिहड़े ये उत्तर दिते ने उन्हां चों सही उत्तर है फस्ट पार्ट, क्योंकि जे डेल्टा जीरो का मुल P नालों घट होवेगा तां फिर जिहड़े इलैक्ट्रॉन है वो T2G तो EG ऑर्बिटल दे विच शिफ्ट हो जाणगे। जदों T2G तो EG ऑर्बिटल विच इलैक्ट्रॉन शिफ्ट हुंदे आ तो उत्थे अनपेयर्ड इलैक्ट्रॉन्स ज़्यादा होंगे, इस करके जिहड़ा कॉम्पलैक्स बनता है वो हाई स्पिन कॉम्पलैक्स बनता है। इफ डेल्टा जीरो इज लैस दैन P द कॉन्फिगरेशन इज T2G3 EG1, therefore it is a weak field ligand and high spin complex। आओ हुण असीं अगला प्रश्न देखिए। लो स्पिन टेट्राहीड्रल कॉम्पलैक्सिस आर नॉट फॉर्म। इत्थे मेन तुसीं देखना है नॉट, वो लो स्पिन कॉम्पलैक्सिस बनन बारे गल नहीं कर रहे, लो स्पिन कॉम्पलैक्सिस ना बनन बारे गल कर रहे हैं। लो स्पिन कॉम्पलैक्सिस ना बनन का कारण है कि जिहड़ी क्रिस्टल फील्ड स्प्लिटिंग एनर्जी है वो पेयरिंग की एनर्जी नालों घट है, क्योंकि जे किते वो ज़्यादा हुंदी ते फिर लो स्पिन कॉम्पलैक्स बन जानी सी। देयरफॉर द आंसर इज 1। For tetrahedral complexes, the CFSE is lower than pairing energy। Dear students, ते आओ हुण आपां क्रिस्टल फील्ड स्प्लिटिंग नाल रिलेटेड कुछ ट्रू फॉल्स क्वेश्चंस करिए। क्वेश्चन नंबर 1, anhydrous copper sulfate is blue in color। एक फॉल्स स्टेटमेंट है, क्योंकि सानू पता है कि हाइड्रेटेड कॉपर सल्फेट का रंग ब्लू हुंदा है, क्योंकि उस विच वाटर हुंदा है जो कि लीगेंड का काम करता है, जिस करके कि क्रिस्टल फील्ड स्प्लिटिंग हुंदी है अते कलर्ड कॉम्पलैक्स बनता है। बट एनहाइड्रस कॉपर सल्फेट जो असी कॉपर सल्फेट हाइड्रेटेड नूं हीट कर दिंदे आ तो फिर उस विचों वाटर लूज हो जाता है, जिस करके कि डी ट्रांजिशन नहीं हो सकता तो उसका रंग वाइट हो जाता है। क्वेश्चन नंबर 2 इज 1s and 3d ऑर्बिटल्स आर डीजनरेट। जिवें कि असीं इस लैक्चर के शुरू विच ही पढ़िया है कि डीजनरेट ऑर्बिटल्स वो वाले ऑर्बिटल्स होंदे हन जिन्हां दी एनर्जी सेम हुंदी है, बट 1s ते 3d ऑर्बिटल्स की एनर्जी सेम नहीं है। इस करके 1s and 3d ऑर्बिटल्स आर डीजनरेट ऑर्बिटल्स, इस स्टेटमेंट फॉल्स है। क्वेश्चन नंबर 3 इज कलर ऑफ जेम रूबी इज ड्यू टू डी ट्रांजिशन। जिहड़ा रूबी जैम हुंदा है ये बहुत लोगों के विच पॉपुलर है,
क्योंकि इसके रंग करके इसनूं आम अंगूठियां दे विच पिरो के पाया जाता है। इसका कलर इस करके हुंदा है क्योंकि ये बेसिकली एलमूनीयम ऑक्साइड हुंदा है, जिस विच कि कुछ थावां ते एलमूनीयम की जगह पर Cr3 पॉजिटिव आयनस मौजूद होंदे हन, जिन्हां दी D3 कॉन्फिगरेशन हुंदी है। इन्हां विच डी ट्रांजिशन हो सकता है, जिस करके कि जैम रूबी दा बहुत ही वधिया कलर आता है। इस करके ये स्टेटमेंट ट्रू है। नैक्सट इज फोर्थ क्वेश्चन, क्रिस्टल फील्ड थ्योरी कैन एक्सप्लेन कलर ऑफ कॉम्पलैक्सिस। क्रिस्टल फील्ड थ्योरी की मदद के नाल असी कॉम्पलैक्सिस का रंगीन होना एक्सप्लेन कर सकते हाँ, क्योंकि जदों वाइट लाइट किसी कॉम्पलैक्स ते पैंदी है तो कुछ वेवलेंथ्स ऑफ लाइट एब्जॉर्ब हो जांदियां हन अते बाकी उन्हां दे कॉम्पलीमेंटरी कलर्स एमिट हो जाते हैं, जिस करके कि जिहड़ा कॉम्पलैक्स है वो सानू कलर्ड दिखता है। इस करके ये स्टेटमेंट ट्रू है दैट क्रिस्टल फील्ड थ्योरी कैन एक्सप्लेन कलर ऑफ कॉम्पलैक्सिस। नेक्स्ट इज क्वेश्चन नंबर 5 and 6 द इक्को ही रीजन है। फॉर एग्जाम्पल क्वेश्चन नंबर 6, वीक फील्ड लीगेंड्स रिजल्ट इन हाई स्पिन कॉम्पलैक्सिस। जिहड़े वीक फील्ड लीगेंड्स होंदे है वो क्रिस्टल फील्ड स्प्लिटिंग घट करवा पाउंदे हैं, जिस करके कि क्रिस्टल फील्ड स्प्लिटिंग एनर्जी की वैल्यू इलैक्ट्रॉन पेयरिंग एनर्जी के नालों घट होंदी है, जिस करके कि इलैक्ट्रॉन्स आसानी दे नाल लोअर एनर्जी T2G ऑर्बिटल्स तो हायर एनर्जी EG ऑर्बिटल्स दे विच चले जाते हैं तो कॉम्पलैक्स हाई स्पिन बनता है, क्योंकि उस कोल नंबर ऑफ अनपेयर्ड इलैक्ट्रॉन्स ज़्यादा होंदे हैं। इस करके ये स्टेटमेंट बिल्कुल सही है दैट वीक फील्ड लीगेंड्स रिजल्ट इन हाई स्पिन कॉम्पलैक्सिस। सिमिलरली जिहड़े स्ट्रोंग फील्ड लीगेंड्स होंदे आ वो की करदे आ कि क्रिस्टल फील्ड स्प्लिटिंग बहुत ज़्यादा करा देंगे आ। जदों डेल्टा जीरो की वैल्यू P नालों ज़्यादा होंदी है तो इलैक्ट्रॉन्स लोअर वाले जिहड़े होंदे आ T2G ऑर्बिटल्स उन्हां विच भी पेयर अप हो जाते हैं, जिहदे करके कि लो स्पिन कॉम्पलैक्स बनता है। इस करके ये स्टेटमेंट बिल्कुल सही है दैट स्ट्रोंग फील्ड लीगेंड्स रिजल्ट इन लो स्पिन कॉम्पलैक्सिस। नेक्स्ट इज क्वेश्चन नंबर 7, इफ इलेक्ट्रॉन पेयरिंग एनर्जी इज लेस दैन CFSE कॉम्पलैक्स इज हाई स्पिन। जे इलैक्ट्रॉन पेयरिंग एनर्जी घट होवे ते क्रिस्टल फील्ड स्प्लिटिंग एनर्जी ज़्यादा होवे तो फिर इलैक्ट्रॉन्स लोअर T2G ऑर्बिटल विच ही पेयर अप हो जाते हैं तो कॉम्पलैक्स लो स्पिन बनता है, हाई स्पिन नहीं बनता। इस करके ये स्टेटमेंट गलत है दैट इफ इलैक्ट्रॉन पेयरिंग एनर्जी इज लेस दैन CFSE कॉम्पलैक्स इज हाई स्पिन। Next is question number 8. If electron pairing energy is greater than CFSE, complex is low spin. ये भी एक false statement है, क्योंकि जो इलेक्ट्रॉन पेयरिंग एनर्जी ज़्यादा होवेगी तो फिर इलेक्ट्रॉन्स आसानी दे नाल लोअर T2G ऑर्बिटल्स तो EG ऑर्बिटल में चले जाएंगे तो नंबर ऑफ अनपेयर्ड इलेक्ट्रॉन्स बढ़ जाएंगे तो कॉम्पलैक्स एक हाई स्पिन कॉम्पलैक्स बनेगा। Therefore, the statement is false. Next is question number 9. The 3D orbitals with lower energy are called T2G orbitals. असी पढ़िया है कि जदों क्रिस्टल फील्ड स्प्लिटिंग होंदी है तो जिहड़े 3 D ऑर्बिटल ऑक्टाहेड्रल कॉम्पलैक्सिस दे विच जिन्हां दी एनर्जी घट हो जाती है उन्हां नूं असी T2G ऑर्बिटल्स कहीदा है। Therefore, ये स्टेटमेंट ट्रू है। नेक्स्ट इज Question number 10. 2D orbitals of higher energy in crystal field splitting are called EG orbitals. असी पढ़िया है कि जदों क्रिस्टल फील्ड स्प्लिटिंग एनर्जी क्रिस्टल फील्ड स्प्लिटिंग होंदी है
ਤਾਂ ਜਿਹੜੇ ਦੋ ਡੀ ਆਰਬਿਟਲਸ ਹੁੰਦੇ ਹਨ dx² ਐਂਡ dz², ਉਹਨਾਂ ਦੀ એનર્ਜੀ ਰੇਜ਼ ਹੋ ਜਾਂਦੀ ਹੈ। ਜਿਹੜੇ 3 ਡੀ ਆਰਬਿਟਲਸ ਹੁੰਦੇ ਆ dxy, dyz, dzx, ਉਹਨਾਂ ਦੀ એનર્ਜੀ ਲੋ ਹੋ ਜਾਂਦੀ ਹੈ। Therefore, a statement true है that two orbitals of higher energy in crystal field splitting are called EG orbitals. Next है बेटा question number 11. Low spin complexes are rarely formed in tetrahedral complexes. ये statement बिल्कुल सही है कि tetrahedral complexes ਦੇ ਵਿੱਚ low spin complexes बहुत घट बनते हैं, क्योंकि टैट्राहीड्रल कंपलैक्सिस दे विच क्रिस्टल फील्ड स्प्लिटिंग बहुत घट होंदी है, जिस करके कि क्रिस्टल फील्ड स्प्लिटिंग एनर्जी की वैल्यू भी बहुत घट होंदी है। इस करके आसानी दे नाल इलैक्ट्रॉन्स फ्रॉम लोअर टू हायर ऑर्बिटल्स चले जाते हैं, इस जिस करके कि वो लो स्पिन कंपलैक्सिस नहीं फॉर्म करते। नेक्स्ट इज क्वेश्चन नंबर 12. Lesser is the charge on metal ion, more is the crystal field splitting. एक false statement है, क्योंकि असी पढ़िया है कि जिहड़ी क्रिस्टल फील्ड स्प्लिटिंग एनर्जी होंदी है वो चार्ज ऑन द मैटल आयन ते डिपेंड करती है। जिन्ना किसी मैटल आयन ते चार्ज ज़्यादा होंदा है उन्नी ही क्रिस्टल फील्ड स्प्लिटिंग ज़्यादा होंदी है। जिवें फॉर एग्जाम्पल मान लो अपने को दो आयन्स होन, एक Fe2+, एक Fe3+। Fe3+ ते ज़्यादा चार्ज होने कारण क्रिस्टल फील्ड स्प्लिटिंग ज़्यादा होएगी। Fe2+ ते चार्ज घट होने कारण क्रिस्टल फील्ड स्प्लिटिंग घट होएगी। देयरफॉर क्वेश्चन नंबर 12 इज फॉल्स, दैट लेसर इज द चार्ज ऑन द मेटल आयन, मोर इज द क्रिस्टल फील्ड स्प्लिटिंग। इस तो उल्ट सच होंदा है। लास्ट क्वेश्चन, दैट इज क्रिस्टल फील्ड थ्योरी वॉज गिवन बाय एच बेथे। ये स्टेटमेंट ट्रू है। वैसे भी तुसी बच्चे याद रखना है कि क्रिस्टल फील्ड थ्योरी जिहड़ी साइंटिस्ट ने सानू दित्ती सी उन्हां दा नाम सी एच बेथे। आओ हुण असी अगला प्रश्न देखिए। A substance appears colored because, ये आपां हुणे कीता कि जदों सफेद प्रकाश किसी पदार्थ ते पैंदा है तां उस विचों कुछ एक रंगां दी लाइट एब्जॉर्ब हो जाती है, बाकी ट्रांसमिट हो जाती है, जिस करके कि कोई भी पदार्थ जिहड़ा है वो सानू रंगीन दिखता है। देयरफॉर आंसर इज 1. It absorbs light at specific wavelength in visible part and reflects rest of the wavelengths. सो प्यारे बच्चों, आस है कि तुहानू क्रिस्टल फील्ड थ्योरी का यह टॉपिक समझ आया होगा ते तुसी इसनू अगे किते भी लागू कर सको। धन्यवाद।